Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 470ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਲੈ ਕੇ ਹਾਜ਼ਰ ਹਾਂ ਜੀ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਸਮੇਂ ਦੇ ਵਿੱਚ ਪਿੱਛੇ ਲੈ ਜਾਂਦੇ ਨੇ। ਜਦੋਂ ਸਤਯੁਗ ਸੀ, ਤ੍ਰੇਤਾ ਦੁਆਪਰ ਯੁੱਗ ਸਨ ਤੇ ਹੌਲੀ ਹੌਲੀ ਸਾਨੂੰ ਕਲਯੁਗ ਵੱਲ ਵੀ ਲੈ ਕੇ ਆਉਂਦੇ ਨੇ। ਇਹਨਾਂ ਸਾਰੇ ਹੀ ਯੁੱਗਾਂ ਦੀ ਇੱਕ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦੇ ਨੇ। ਕਿਸ ਯੁੱਗ ਦੇ ਕੀ ਅਰਥ ਸਨ, ਕਿਸ ਯੁੱਗ ਦੇ ਵਿੱਚ ਮਨੁੱਖ ਕਿਹਦੀ ਅਗਵਾਈ ਦੇ ਵਿੱਚ ਚੱਲਦਾ ਸੀ, ਅੱਜ ਦੇ ਸਮੇਂ 'ਚ ਕਿਹਦੀ ਅਗਵਾਈ ਦੇ ਵਿੱਚ ਚੱਲਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਵੇਦਾਂ ਦੀ ਗੱਲ ਕਰਦੇ ਨੇ ਕਿ ਕਿਹੜੇ ਵੇਦ ਦੇ ਵਿੱਚ ਕਿਸ ਨੂੰ ਜਗਤ ਦਾ ਸੁਆਮੀ ਆਖਿਆ ਗਿਆ ਹੈ। ਤੇ ਮਹੱਤਵਪੂਰਨ ਗੱਲ ਇੱਥੇ ਇੱਕ ਇਹ ਵੀ ਹੈ ਕਿ ਯੁੱਗਾਂ ਅਤੇ ਵੇਦਾਂ ਦੀ ਵਿਚਾਰ ਨੂੰ ਗੁਰੂ ਸਾਹਿਬ ਮੈਟਾਫੋਰਿਕਲੀ ਯਾਨੀ ਕਿ ਇੱਕ ਰੂਪਕ ਦੇ ਤੌਰ ਤੇ ਪੇਸ਼ ਕਰਦੇ। ਯੁੱਗਾਂ ਦੇ ਰੂਪਕ ਦੇ ਆਧਾਰ ਤੇ ਮਨੁੱਖ ਦੀਆਂ ਮਾਨਸਿਕ ਅਵਸਥਾਵਾਂ ਨੂੰ ਗੁਰੂ ਸਾਹਿਬ ਦਰਸਾਉਂਦੇ ਨੇ ਤੇ ਵੇਦਾਂ ਦੇ ਰੂਪਕ ਨੂੰ ਲੈ ਕੇ ਸਾਨੂੰ ਇਹ ਦੱਸਦੇ ਨੇ ਕਿ ਹਰ ਸਮੇਂ ਦੇ ਵਿੱਚ ਇਸ ਜਗਤ ਦਾ ਆਪਣਾ ਹੀ ਇੱਕ ਸੁਆਮੀ ਹੁੰਦਾ ਹੈ। ਜਾਣੀ ਕਿ ਸਮੇਂ ਦੇ ਹਿਸਾਬ ਨਾਲ ਰੱਬ ਦੇ ਨਾਮ ਬਦਲਦੇ ਰਹਿੰਦੇ ਨੇ। ਫਿਰ ਪੌੜੀ ਵਾਲੀਆਂ ਪੰਕਤੀਆਂ ਦੇ ਵਿੱਚ ਯੁੱਗਾਂ ਅਤੇ ਵੇਦਾਂ ਦੀ ਵਿਚਾਰ ਦਾ ਇੱਕ ਨਿਚੋੜ ਗੁਰੂ ਸਾਹਿਬ ਪੇਸ਼ ਕਰਦੇ ਨੇ ਤੇ ਸਾਡੇ ਲਈ ਪ੍ਰੈਕਟੀਕਲ ਪੱਧਰ ਦੀਆਂ ਹਦਾਇਤਾਂ ਕਰਦੇ। ਗੁਰਬਾਣੀ ਦੀ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ, ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਤੇ ਆਓ ਹੁਣ ਸ਼ੁਰੂਆਤ ਕਰੀਏ। ਸ਼ਲੋਕ ਮਹਿਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ ਹੋ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ। ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾ ਹੋ, ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥਵਾ ਹੋ। ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾ ਹੋ, ਕਲ ਯੁਗ ਰਥ ਅਗਨ ਕਾ ਕੂੜ ਅਗੈ ਰਥਵਾ ਹੋ। ਸ਼ਬਦ ਮੇਰ ਤੋਂ ਭਾਵ ਮੇਰੂ ਪਰਵਤ ਵਰਗਾ, ਸ਼੍ਰੋਮਣੀ, ਉੱਤਮ, ਸਭ ਤੋਂ ਵਧੀਆ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ, ਮੇਰ ਸਰੀਰ ਜਾਣੀ ਕਿ ਉੱਤਮ ਸਰੀਰ, ਮਨੁੱਖਾ ਸਰੀਰ ਸਾਰੀਆਂ ਹੀ ਜੂਨਾਂ ਦੇ ਵਿੱਚੋਂ 84 ਲੱਖ ਜੂਨਾਂ ਦਾ ਇੱਕ ਨੰਬਰ ਮਸ਼ਹੂਰ ਹੈ। ਮੰਨਿਆ ਜਾਂਦਾ ਹੈ ਕਿ ਇੰਨੀਆਂ ਜੂਨਾਂ ਜਗਤ ਦੇ ਵਿੱਚ ਹਨ, ਉਹਨਾਂ ਦੇ ਵਿੱਚੋਂ ਸਭ ਤੋਂ ਉੱਤਮ ਹੈ ਮਨੁੱਖਾ ਜੂਨ, ਮਨੁੱਖਾ ਸਰੀਰ। ਤੇ ਗੁਰੂ ਸਾਹਿਬ ਕਹਿੰਦੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ। ਰਥ ਜਾਣੀ ਕਿ ਸਵਾਰੀ ਤੇ ਰਥਵਾਹ ਉਸ ਸਵਾਰੀ ਨੂੰ ਚਲਾਉਣ ਵਾਲਾ, ਰਥ ਨੂੰ ਚਲਾਉਣ ਵਾਲਾ। ਹੇ ਨਾਨਕ 84 ਲੱਖ ਜੂਨਾਂ ਵਿੱਚੋਂ ਸ਼੍ਰੋਮਣੀ, ਉੱਤਮ ਮਨੁੱਖਾ ਸਰੀਰ ਦਾ ਇੱਕ ਰਥ ਹੈ ਤੇ ਇੱਕ ਰਥਵਾਈ ਹੈ। ਜ਼ਿੰਦਗੀ ਦਾ ਸਫ਼ਰ ਲੰਮਾ ਹੈ, ਮਨੁੱਖ ਮੁਸਾਫਰ ਹੈ। ਇੰਨੇ ਲੰਮੇ ਸਫ਼ਰ ਦੇ ਵਿੱਚ ਹਰੇਕ ਜੀਵ ਨੂੰ ਕਿਸੇ ਨਾ ਕਿਸੇ ਅਗਵਾਈ ਦੀ ਜ਼ਰੂਰਤ ਪੈਂਦੀ ਹੈ। ਆਪਣੀ ਮਤ ਅਨੁਸਾਰ ਕੋਈ ਕਿਸੇ ਦੀ ਅਗਵਾਈ ਲੈਂਦਾ ਹੈ, ਕੋਈ ਕਿਸੇ ਦੀ, ਕੋਈ ਆਪਣੀ ਅਕਲ ਦਾ ਆਸਰਾ ਤੱਕਦਾ ਹੈ, ਕੋਈ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਦਾ ਆਸਰਾ ਤੱਕ ਕੇ ਇਸ ਸਫ਼ਰ ਨੂੰ ਜਿਉਂਦਾ ਹੈ, ਕੋਈ ਰੱਬ ਤੇ ਟੇਕ ਰੱਖਦਾ ਹੈ। ਮਨੁੱਖ ਦੀ ਟੇਕ ਕਿਹਦੇ ਤੇ ਆ, ਉਹ ਆਸਰਾ ਕਿਹਦਾ ਤੱਕਦਾ ਹੈ, ਇਹ ਵੀ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ। ਹਰੇਕ ਯੁੱਗ ਦੇ ਵਿੱਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ। ਇਸ ਭੇਦ ਨੂੰ ਸਿਆਣੇ ਮਨੁੱਖੀ ਸਮਝਦੇ ਨੇ। ਇਸ ਪੰਕਤੀ ਦੇ ਵਿੱਚ ਗਿਆਨੀ ਬੁਝੈ ਤਾਹੇ ਕਿ ਇਸ ਭੇਦ ਨੂੰ ਸਿਆਣੇ ਮਨੁੱਖ ਹੀ ਸਮਝਦੇ ਨੇ। ਇਹ 'ਚ ਇੱਕ ਬੜੀ ਮਹੱਤਵਪੂਰਨ ਸਿੱਖਿਆ ਇਹ ਛੁਪੀ ਹੈ ਕਿ ਅਕਸਰ ਇਸ ਗੱਲ ਦਾ ਰੌਲਾ ਰਹਿੰਦਾ ਹੈ, ਲੜਾਈ ਰਹਿੰਦੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਇਹਨੂੰ ਰੱਬ ਮੰਨਿਆ ਜਾਂਦਾ ਸੀ, ਪੁਰਾਣੇ ਸਮਿਆਂ ਦੇ ਵਿੱਚ ਇਸ ਸ਼ਖਸੀਅਤ ਨੂੰ ਜਾਂ ਇਸ ਸ਼ੈ ਨੂੰ ਉੱਤਮ ਮੰਨਿਆ ਜਾਂਦਾ ਸੀ, ਇਹਦੀ ਅਗਵਾਈ ਦੇ ਵਿੱਚ ਲੋਕ ਚੱਲਦੇ ਸੀ। ਅੱਜ ਵੀ ਚੱਲਣਾ ਚਾਹੀਦਾ, ਇਹ ਸੰਭਵ ਨਹੀਂ। ਉਹਨਾਂ ਸਮਿਆਂ ਦੇ ਮੁਤਾਬਕ ਉਹ ਅਗਵਾਈ ਉੱਤਮ ਸੀ, ਅਨੁਕੂਲ ਸੀ। ਸਮਾਂ ਬਦਲਿਆ, ਹੋਰ ਅਗਵਾਈ ਜ਼ਿਆਦਾ ਅਨੁਕੂਲ ਹੋ ਗਈ। ਇੱਥੇ ਵਿਚਾਰ ਇਹ ਨਹੀਂ ਕਿ ਹੋਣੀ ਚਾਹੀਦੀ ਆ ਜਾਂ ਨਹੀਂ,
ਵਿਚਾਰ ਇਹ ਵੀ ਨਹੀਂ ਕਿ ਜੇ ਸਤਜੁਗ ਦੇ ਵਿੱਚ ਕਿਸੇ ਦੀ ਅਗਵਾਈ ਸੀ ਤੇ ਅੱਜ ਉਹਦੀ ਅਗਵਾਈ ਨਹੀਂ ਹੋਣੀ ਚਾਹੀਦੀ ਜਾਂ ਅੱਜ ਉਹਦੀ ਅਗਵਾਈ ਇੰਨੀ ਉੱਤਮ ਨਹੀਂ ਰਹੀ। ਗੱਲ ਫੈਕਟ ਦੀ ਹੋ ਰਹੀ ਹੈ, ਸੱਚ ਦੀ ਹੋ ਰਹੀ ਹੈ ਕਿ ਦੁਨੀਆ ਦਾ ਸੱਚ ਹੈ ਕਿ ਜਿਵੇਂ ਸਮਾਂ ਬਦਲਦਾ ਮਨੁੱਖਾਂ ਦੀ ਅਗਵਾਈ ਵੀ ਬਦਲ ਜਾਂਦੀ ਹੈ ਕਿ ਉਹ ਕਿਹਦੀ ਅਗਵਾਈ ਕਿਹਦੇ ਆਸਰੇ 'ਚ ਚੱਲਦੇ। ਤੇ ਇਸ ਭੇਦ ਨੂੰ ਸਮਝਣ ਦੇ ਲਈ ਸਿਆਣੇ ਹੋਣਾ ਜ਼ਰੂਰੀ। ਜਿਹੜਾ ਸਿਆਣਾ ਨਹੀਂ ਹੈ ਉਹ ਉਸੇ ਰੌਲੇ ਦੇ ਵਿੱਚ ਹੀ ਲਿਪਟਿਆ ਰਹੇਗਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਅੱਜ ਉਸ ਰੱਬ ਦੀ ਅਗਵਾਈ ਉੱਤਮ ਨਹੀਂ ਜਿਹੜੇ ਦੀ ਕਿ ਫਲਾਣੇ ਯੁੱਗ ਦੇ ਵਿੱਚ ਉੱਤਮ ਸੀ। ਇਹ ਵਿਚਾਰ ਹੈ ਹੀ ਨਹੀਂ, ਇਹ ਰੌਲਾ ਹੈ ਹੀ ਨਹੀਂ। ਗੱਲ ਤੇ ਇਹ ਹੈ ਕਿ ਉਹਦੀ ਅਗਵਾਈ ਅੱਜ ਵੀ ਮੌਜੂਦ ਹੈ ਪਰ ਲੋਕ ਉਹਦੀ ਅਗਵਾਈ ਲੈ ਨਹੀਂ ਰਹੇ, ਉਹਦਾ ਆਸਰਾ ਲੋਕ ਤੱਕ ਨਹੀਂ ਰਹੇ। ਅੱਜ ਦੇ ਸਮੇਂ ਦੇ ਮੁਤਾਬਕ ਲੋਕ ਹੋਰ ਕਿਸੇ ਦੀ ਅਗਵਾਈ ਤੱਕ ਰਹੇ। ਕਿਹੜੇ ਯੁੱਗ 'ਚ ਕਿਹਦੀ ਅਗਵਾਈ ਸੀ ਤੇ ਅੱਜ ਕਿਹਦੀ ਅਗਵਾਈ ਲੋਕ ਚੱਲਦੇ। ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਸਪਸ਼ਟ ਕਰਦੇ ਆ, ਸਤਜੁਗ ਰਥ ਸੰਤੋਖ ਕਾ ਧਰਮ ਅੱਗਾ ਰਥਵਾ। ਸਤਜੁਗ ਵਿੱਚ ਮਨੁੱਖਾ ਸਰੀਰ ਦਾ ਰਥ ਸੰਤੋਖ ਹੁੰਦਾ ਹੈ ਤੇ ਰਥਵਾਈ ਧਰਮ ਕਰਦਾ। ਜਦੋਂ ਮਨੁੱਖ ਦਾ ਆਮ ਤੌਰ 'ਤੇ ਜ਼ਿੰਦਗੀ ਦਾ ਜਿਹੜਾ ਨਿਸ਼ਾਨਾ ਉਹ ਧਰਮ ਹੋਵੇ, ਧਰਮ ਜੀਵਨ ਮਨੋਰਥ ਹੋਵੇ, ਧਰਮ ਦੀਆਂ ਵਿਧੀਆਂ ਦੇ ਅਨੁਸਾਰ, ਧਰਮ ਦੀਆਂ ਸਿੱਖਿਆਵਾਂ ਦੇ ਅਨੁਸਾਰ ਜਦੋਂ ਜੀਵ ਆਪਣਾ ਜੀਵਨ ਜਿਉਵੇਂ ਤੇ ਸੁਤੇ ਹੀ ਉਹਦੇ ਵਿੱਚ ਸੰਤੋਖ ਆ ਜਾਂਦਾ ਹੈ। ਆਟੋਮੈਟਿਕ ਹੀ ਸੁਤੇ ਹੀ ਸੰਤੋਖ ਉਹਦੇ ਜੀਵਨ ਦੀ ਸਵਾਰੀ ਬਣ ਜਾਂਦਾ ਹੈ। ਤੇ ਇੱਥੇ ਇਹ ਵੀ ਜਾਣ ਲਈਏ ਕਿ ਸਮੇਂ ਦੀ ਚਾਲ ਦੇ ਵਿੱਚ ਸਤਯੁਗ ਭਾਵੇਂ ਪਿੱਛੇ ਰਹਿ ਗਿਆ ਪਰ ਜਿਹੜੇ ਮਨੁੱਖਾਂ ਦੇ ਵਿੱਚ ਅੱਜ ਵੀ ਸੰਤੋਖ ਹੈ, ਜਿਹੜੇ ਮਨੁੱਖ ਅੱਜ ਵੀ ਧਰਮ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਕੇ ਚੱਲਦੇ ਨੇ ਉਹ ਅੱਜ ਵੀ ਸਤਜੁਗੀ ਨੇ, ਅੱਜ ਵੀ ਉਹ ਸਤਜੁਗ ਦੇ ਵਿੱਚ ਜਿਉਂ ਰਹੇ ਨੇ। ਅੱਗੇ ਤ੍ਰੇਤੇ ਯੁੱਗ ਦੀ ਗੱਲ, ਤ੍ਰੇਤਾ ਰਥ ਜਤੈ ਕਾ ਜੋਰ ਅੱਗੇ ਰਥਵਾ। ਤ੍ਰੇਤਾ ਯੁੱਗ ਦੇ ਵਿੱਚ ਮਨੁੱਖਾ ਸਰੀਰ ਦਾ ਰਥ ਜਤ ਹੈ ਤੇ ਇਸ ਜਤ ਰੂਪ ਰਥ ਦੇ ਅੱਗੇ ਰਥਵਾਈ ਜੋਰ ਹੈ ਕਿ ਜਦੋਂ ਇਹ ਉਹ ਸਮਾਂ ਸੀ ਜਦੋਂ ਮਨੁੱਖਾਂ ਦੇ ਜੀਵਨ ਦਾ ਨਿਸ਼ਾਨਾ ਸੂਰਮਤਾ ਸੀ। ਤੇ ਜਦੋਂ ਤੁਹਾਡਾ ਨਿਸ਼ਾਨਾ ਸੂਰਮਤਾ ਹੋਵੇ ਇਹਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਕਾਰਨ ਕਰਕੇ ਹੋਵੇ ਪਰ ਤੁਸੀਂ ਲੜਾਈਆਂ ਦੇ ਵਿੱਚ ਹਿੱਸਾ ਲਓਗੇ, ਤੁਸੀਂ ਸੂਰਮਿਆਂ ਵਾਲਾ ਕੰਮ ਕਰੋਗੇ। ਤੇ ਜਿਹੜੇ ਸੂਰਮੇ ਹੈ ਉਹਨਾਂ ਦੀ ਉਮਰ ਵਧੇਰੀ ਵਧੀਕ ਨਹੀਂ ਹੁੰਦੀ, ਲੰਬੀ ਨਹੀਂ ਹੁੰਦੀ, ਕਿਉਂਕਿ ਉਹ ਲੜਾਈਆਂ ਦੇ ਵਿੱਚ ਲੱਗੇ ਆ, ਕੀ ਪਤਾ ਕਦੋਂ ਜ਼ਿੰਦਗੀ ਮੁੱਕ ਜਾਵੇ। ਤੇ ਉਹ ਸੁਤੇ ਹੀ ਜਿਹੜੀ ਪਰਿਵਾਰਕ ਜ਼ਿੰਦਗੀ ਆ ਉਹਦੇ ਤੋਂ ਦੂਰ ਰਹਿੰਦੇ ਆ, ਸੁਤੇ ਹੀ ਜਤੀ ਬਣ ਜਾਂਦੇ। ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ 'ਚ ਵੀ ਜਿਹੜੇ ਮਨੁੱਖਾਂ ਨੇ ਸੂਰਮਤਾ ਨੂੰ ਆਪਣਾ ਜੀਵਨ ਮਨੋਰਥ ਬਣਾਇਆ ਹੈ ਉਹ ਪਰਿਵਾਰਕ ਜ਼ਿੰਦਗੀ ਤੋਂ ਦੂਰ ਨੇ, ਉਹ ਸੁਤੇ ਹੀ ਜਤੀ ਨੇ। ਉਹ ਇਸ ਕਲਯੁੱਗ 'ਚ ਰਹਿੰਦੇ ਹੋਏ ਵੀ ਤ੍ਰੇਤੇ ਯੁੱਗ 'ਚ ਰਹਿ ਰਹੇ। ਸੋ ਇਹ ਨਹੀਂ ਕਿ ਤ੍ਰੇਤਾ ਯੁੱਗ ਬੀਤ ਗਿਆ ਤੇ ਆਉਣਾ ਹੀ ਨਹੀਂ ਜਾਂ ਹੁਣ ਹੈ ਹੀ ਨਹੀਂ, ਅੱਜ ਵੀ ਹੈ। ਬਥੇਰੇ ਮਨੁੱਖ ਅੱਜ ਵੀ ਤ੍ਰੇਤੇ ਯੁੱਗ ਦੇ ਵਿੱਚ ਜਿਉਂ ਰਹੇ ਨੇ। ਇਹ ਮਾਨਸਿਕ ਅਵਸਥਾ ਹੈ, ਇਹ ਗੱਲ ਜਾਣਨੀ ਜ਼ਰੂਰੀ ਹੈ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾ। ਦੁਆਪਰ ਯੁੱਗ ਵਿੱਚ ਮਨੁੱਖਾ ਸਰੀਰ ਦਾ ਰਥ ਤਪ ਹੈ ਤੇ ਇਸ ਤਪ ਰੂਪ ਰਥ ਦੇ ਅੱਗੇ ਰਥਵਾਈ ਸਤ ਹੁੰਦਾ ਹੈ। ਸਤ ਤੋਂ ਭਾਵ ਉੱਚਾ ਆਚਰਣ। ਜਦੋਂ ਜੀਵਾਂ ਦੀ ਜ਼ਿੰਦਗੀ ਦਾ ਮਨੋਰਥ ਉੱਚਾ ਆਚਰਣ ਹੋਵੇ ਤਦੋਂ ਸੁਤੇ ਹੀ ਆਟੋਮੈਟਿਕ ਹੀ ਤਪ ਉਹਨਾਂ ਦੀ ਸਵਾਰੀ ਹੋ। ਜਿਹੜੇ ਉੱਚੇ ਆਚਰਣ ਦੇ ਆਸ਼ਿਕ ਨੇ ਉਹ ਆਪਣੇ ਸਰੀਰਕ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬਚਾਉਣ ਦੀ ਖਾਤਰ ਕਈ ਤਰ੍ਹਾਂ ਦੇ ਤਪ ਕਰਦੇ ਨੇ, ਕਸ਼ਟ ਝੱਲਦੇ ਨੇ। ਜਿਹੜੇ ਸਰੀਰਕ ਇੰਦਰੀ ਹੈ ਉਹਨਾਂ ਦੀ ਫਿਤਰਤ ਹੈ, ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ, ਅੱਖਾਂ ਦੀ ਫਿਤਰਤ ਹੈ ਕਿ ਸੋਹਣਾ ਸੋਹਣਾ ਦਿਖੇ, ਭੱਦਾ ਨਾ ਕੁਝ ਵੀ ਦਿਖੇ। ਕੰਨਾਂ ਦੀ ਫਿਤਰਤ ਹੈ ਕਿ ਸੋਹਣੇ ਸੋਹਣੇ ਬੋਲ ਕੰਨਾਂ ਦੇ ਵਿੱਚ ਪੈਣ, ਮਾੜੇ ਬੋਲ, ਭੱਦੇ ਬੋਲ ਉਹ ਕੰਨਾਂ ਦੇ ਵਿੱਚ ਨਾ ਪੈਣ। ਮੁੱਖ ਦੀ, ਜੀਵ ਦੀ ਫਿਤਰਤ ਹੈ ਕਿ ਸਵਾਦਲੇ ਭੋਜਨ ਖਾਣ ਨੂੰ ਮਿਲਣ, ਬੇਸਵਾਦੇ ਭੋਜਨ ਨਾ ਮਿਲਣ। ਤੇ ਹੁਣ ਇਹਨਾਂ ਸਰੀਰਕ ਇੰਦਰੀਆਂ ਨੂੰ ਜਦੋਂ ਅਸੀਂ ਇਹਨਾਂ ਦੀ ਫਿਤਰਤ ਤੋਂ ਥੋੜ੍ਹਾ ਹਟਾਉਣਾ ਹੋਵੇ, ਜਦੋਂ ਜੀਵ ਨੂੰ ਸਵਾਦਲੇ ਭੋਜਨਾਂ ਤੋਂ ਘੱਟ ਸਵਾਦ ਜਾਂ ਬੇਸਵਾਦੇ ਭੋਜਨਾਂ ਵੱਲ ਲਾਉਣਾ ਹੋਵੇ, ਜਿਹਦਾ ਕੀ ਫਾਇਦਾ ਹੈ। ਦੇਖੋ ਸਵਾਦ ਦੀ ਖਾਤਰ ਮਨੁੱਖ ਨੇ ਕੈਸੇ ਕੈਸੇ ਭੋਜਨ ਤਿਆਰ ਕਰ ਲਏ ਨੇ ਤੇ ਸਰੀਰ ਨੂੰ ਉਹਨਾਂ ਦੇ ਕਿੰਨੇ ਨੁਕਸਾਨ ਨੇ। ਅਸੀਂ ਅੱਜ ਬਰਗਰ ਪੀਜ਼ਿਆਂ ਤੇ ਹੋ ਗਏ, ਤਲਿਆ ਫਲਿਆ ਖਾਣਾ ਖਾਣਾ ਤੇ ਸੁਭਾਵਿਕ ਹੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਗਏ। ਹੁਣ ਜਦੋਂ ਇਸ ਜੀਵ ਨੂੰ ਸਵਾਦ ਵੱਲੋਂ ਹਟਾਉਣਾ ਹੋਵੇ, ਕਸ਼ਟ ਹੁੰਦਾ ਹੈ, ਮਨ ਲਲਚਾਉਂਦਾ ਹੈ ਸਵਾਦਲੇ ਭੋਜਨ ਖਾਣ ਨੂੰ।
ਜਦੋਂ ਉਹਨੂੰ ਰੋਕ ਕੇ ਰੱਖਦੇ ਹਾਂ ਕਸ਼ਟ ਹੁੰਦਾ, ਔਖਾ ਲੱਗਦਾ। ਪਰ ਜੇ ਸਾਡੇ ਜੀਵਨ ਦਾ ਮਨੋਰਥ ਉੱਚਾ ਆਚਰਣ ਹੋਵੇ ਤਾਂ ਅਸੀਂ ਉਹ ਕਸ਼ਟ ਝੱਲ ਲੈਂਦੇ ਹਾਂ। ਕਸ਼ਟ ਨੂੰ ਝੱਲਣਾ ਤਪ ਹੈ। ਸੋ ਜਿਹੜਾ ਮਨੁੱਖ ਇਹ ਕਰ ਪਾ ਰਿਹਾ ਉਹ ਅੱਜ ਵੀ ਦੁਆਪਰ ਯੁੱਗ ਦੇ ਵਿੱਚ ਹੈ। ਤੇ ਅਖੀਰ ਦੇ ਵਿੱਚ ਕਲਯੁੱਗ ਦੀ ਗੱਲ, ਕਲਯੁੱਗ ਰਥ ਅਗਨ ਕਾ ਕੂੜ ਅੱਗੈ ਰਥਵਾਹ। ਕਹਿੰਦੇ ਕਲਯੁੱਗ ਵਿੱਚ ਮਨੁੱਖਾ ਸਰੀਰ ਦਾ ਰਥ ਤ੍ਰਿਸ਼ਨਾ ਅੱਗ ਹੈ, ਤੇ ਇਸ ਅੱਗ ਰੂਪ ਰਥ ਦੇ ਅੱਗੇ ਰਥਵਾਈ ਕੌਣ ਕਰਦਾ ਹੈ? ਕੂੜ, ਝੂਠ, ਠੱਗੀ। ਜਦੋਂ ਜੀਵਾਂ ਦੀ ਜ਼ਿੰਦਗੀ ਦਾ ਮਨੋਰਥ ਹੀ ਕੂੜ ਹੋਵੇ, ਠੱਗੀ ਹੋਵੇ, ਤਾਂ ਸੁਤੇ ਹੀ ਉਹਨਾਂ ਦੇ ਅੰਦਰ ਤ੍ਰਿਸ਼ਨਾ ਰੂਪ ਅੱਗ ਬਲ ਪੈਂਦੀ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ। ਮਹਿਲਾ ਪਹਿਲਾ। ਸਾਮ ਕਹੈ ਸੇ ਤੰਬਰ ਸੁਆਮੀ, ਸੱਚ ਮਹਿ ਆਛੈ ਸਾਚ ਰਹੇ, ਸਭ ਕੋ ਸੱਚ ਸਮਾਵੈ। ਰਿਗ ਕਹੈ ਰਹਿਆ ਭਰਪੂਰ, ਰਾਮ ਨਾਮ ਦੇਵਾ ਮਹਿਸੂਰ। ਨਾਇ ਲਿਆ ਪ੍ਰਾਸ਼ਤ ਜਾਹੇ, ਨਾਨਕ ਤਉ ਮੁਖੰਤਰ ਪਾਹੇ। ਜੁਜ ਮਹਿ ਜੋਰ ਸ਼ਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਪਾਰ ਜਾਤ ਗੋਪੀ ਲੈ ਆਇਆ, ਬ੍ਰਿੰਦਾਵਨ ਮਹਿ ਰੰਗ ਕੀਆ। ਸਾਮ ਕਹੈ ਸਿਤੰਬਰ ਸੁਆਮੀ। ਸਾਮ ਜਾਣੀ ਕਿ ਸਾਮ ਵੇਦ। ਸਾਮ ਵੇਦ ਆਖਦਾ ਹੈ। ਹੁਣ ਸਾਮ ਵੇਦ ਨੂੰ ਸਤਯੁਗ ਦੇ ਨਾਲ ਜੋੜਿਆ ਗਿਆ ਹੈ। ਸਾਮ ਵੇਦ ਆਖਦਾ ਹੈ ਕਿ ਜਗਤ ਦੇ ਮਾਲਕ ਸੁਆਮੀ ਦਾ ਨਾਮ ਸਤੰਬਰ ਪ੍ਰਸਿੱਧ ਹੈ। ਜਾਣੀ ਕਿ ਸਤਯੁਗ ਦੇ ਵਿੱਚ ਸਤੰਬਰ ਨੂੰ ਲੋਕੀ ਰੱਬ ਮੰਨਦੇ ਸੀ, ਉਹਦੀ ਪੂਜਾ ਕਰਦੇ ਸੀ। ਤੇ ਸਤੰਬਰ ਦੀ ਖਾਸੀਅਤ ਕੀ? ਕਿ ਉਹ ਸਦਾ ਸੱਚ ਵਿੱਚ ਟਿਕਿਆ ਰਹਿੰਦਾ। ਤੇ ਉਸ ਵਕਤ ਹਰੇਕ ਜੀਵ ਜਿਹੜਾ ਉਹ ਵੀ ਸੱਚ ਵਿੱਚ ਲੀਨ ਹੁੰਦਾ। ਜਿਵੇਂ ਕਿ ਪਿਛਲੀਆਂ ਪੰਕਤੀਆਂ ਦੇ ਵਿੱਚ, ਪਿਛਲੇ ਸ਼ਲੋਕ ਦੇ ਵਿੱਚ ਗੱਲ ਹੋਈ, ਸਤਜੁਗ ਰਥ ਸੰਤੋਖ ਕਾ ਧਰਮ ਅੱਗੈ ਰਥਵਾ। ਆਮ ਤੌਰ 'ਤੇ ਸਤਜੁਗੀ ਮਨੁੱਖ ਜਿਹੜੇ ਹੈ ਉਹ ਸੱਚ ਵਿੱਚ, ਧਰਮ ਵਿੱਚ ਦ੍ਰਿੜ ਹੁੰਦੇ ਹੈ। ਤੇ ਇਹਨੂੰ ਦੂਜੇ ਪਾਸਿਓਂ ਵੇਖੀਏ ਤਾਂ ਜਿਹੜਾ ਮਨੁੱਖ ਸੱਚ ਵਿੱਚ, ਧਰਮ ਵਿੱਚ ਦ੍ਰਿੜ ਹੈ ਉਹ ਸਤਜੁਗੀ ਹੈ, ਉਹਦੇ ਅੰਦਰ ਸਤਜੁਗ ਵਰਤ ਰਿਹਾ ਹੈ। ਸੋ ਸਾਮ ਕਹੈ ਸਿਤੰਬਰ ਸੁਆਮੀ। ਸਾਮ ਵੇਦ ਕਹਿੰਦਾ ਹੈ ਕਿ ਜਗਤ ਦਾ ਮਾਲਕ ਸਤੰਬਰ ਹੈ, ਤੇ ਸਤੰਬਰ ਦੀ ਖਾਸੀਅਤ ਹੈ ਸੱਚ ਮਹਿ ਆਛੈ ਸਾਚ ਰਹੇ, ਕਿ ਉਹ ਸਦਾ ਸੱਚ ਵਿੱਚ ਟਿਕਿਆ ਰਹਿੰਦਾ, ਸਭ ਕੋ ਸੱਚ ਸਮਾਵੈ। ਤੇ ਜਿਸ ਸਮੇਂ ਦੇ ਵਿੱਚ ਸਾਮਵੇਦ ਆਇਆ ਉਸ ਸਮੇਂ ਦੇ ਜਿਹੜੇ ਲੋਕ ਸਨ ਉਹ ਵੀ ਸੱਚ ਵਿੱਚ ਸਮਾਏ ਹੋਏ ਸਨ। ਰਿਗ ਕਹੈ ਰਹਿਆ ਭਰਪੂਰ। ਰਿਗਵੇਦ ਕਹਿੰਦਾ ਹੈ ਕਿ ਸਾਰੇ ਜਗਤ ਦੇ ਵਿੱਚ ਭਰਪੂਰ ਹੈ ਕਿ ਰਾਮ ਨਾਮ ਦੇਵਾ ਮਹਿਸੂਰ, ਕਿ ਸ਼੍ਰੀ ਰਾਮ ਜੀ ਦਾ ਨਾਮ ਸਾਰੇ ਦੇਵਤਿਆਂ ਦੇ ਵਿੱਚ ਸੂਰਜ ਵਾਂਗ ਚਮਕਦਾ ਹੈ ਤੇ ਸਭ ਥਾਈਂ ਵਿਆਪਕ ਹੈ। ਨਾਏ ਲਈਐ ਪਰਾਸ਼ਤ ਜਾਹੇ, ਨਾਨਕ ਤਉ ਮੁਕੰਤਰ ਪਾਹੇ। ਇਹ ਨਾਨਕ ਰਿਗਵੇਦ ਆਖਦਾ ਹੈ ਕਿ ਸ਼੍ਰੀ ਰਾਮ ਜੀ ਦਾ ਨਾਮ ਲਿਆ ਪਾਪ ਦੂਰ ਹੋ ਜਾਂਦੇ ਨੇ ਤੇ ਜੀਵ ਮੁਕਤੀ ਪ੍ਰਾਪਤ ਕਰ ਲੈਂਦੇ। ਜੁਜ ਮਹਿ ਜੋਰ ਸ਼ਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਯਜੁਰਵੇਦ ਯਾਨੀ ਦੁਆਪਰ ਯੁੱਗ। ਦੁਆਪਰ ਯੁੱਗ ਦੇ ਵਿੱਚ ਜਗਤ ਦੇ ਮਾਲਕ ਦਾ ਨਾਮ ਸਾਂਵਲ ਜਾਦਮ ਕ੍ਰਿਸ਼ਨ ਪ੍ਰਸਿੱਧ ਹੋ ਗਿਆ। ਕ੍ਰਿਸ਼ਨ ਜੀ ਨੇ ਕੀ ਕੀਤਾ? ਜ਼ੋਰ ਨਾਲ ਚੰਦਰਾਵਲੀ ਨੂੰ ਛਲ ਲਿਆਂਦਾ। ਚੰਦਰਾਵਲੀ ਇੱਕ ਗੋਪੀ ਸੀ ਜੋ ਰਾਧਾ ਦੀ ਚਚੇਰੀ ਭੈਣ ਸੀ, ਤੇ ਕ੍ਰਿਸ਼ਨ ਜੀ ਉਹਨੂੰ ਛਲ ਲਿਆਏ ਸਨ। ਇਤਿਹਾਸਕ ਇੱਕ ਤੱਥ ਹੈ। ਸੋ ਜਗਤ ਦੇ ਮਾਲਕ ਦਾ ਨਾਮ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਪ੍ਰਸਿੱਧ ਹੋ ਗਿਆ। ਕ੍ਰਿਸ਼ਨ ਜੀ ਨੇ ਜ਼ੋਰ ਦੇ ਨਾਲ ਚੰਦਰਾਵਲੀ ਨੂੰ ਛਲ ਲਿਆਂਦਾ ਤੇ ਹੋਰ ਕੀ ਕੀਤਾ? ਆਪਣੀ ਗੋਪੀ ਸੱਤਿਆ ਭਾਮਾ ਦੀ ਖਾਤਰ ਪਾਰਜਾਤ ਰੁੱਖ ਇੰਦਰ ਦੇ ਬਾਗ ਵਿੱਚੋਂ ਲੈ ਆਂਦਾ ਤੇ ਕ੍ਰਿਸ਼ਨ ਜੀ ਨੇ ਬ੍ਰਿੰਦਾਵਨ ਵਿੱਚ ਆਪਣਾ ਕੌਤਕ ਵਰਤਾਇਆ। ਪਾਰਜਾਤ ਰੁੱਖ ਇੰਦਰ ਦੇ ਬਾਗ ਵਿੱਚ 5 ਸ੍ਰੇਸ਼ਟ ਰੁੱਖ ਮੰਨੇ ਗਏ: ਮੰਦਾਰ, ਪਾਰਜਾਤ, ਸੰਤਾਨ, ਕਲਪ ਰੁੱਖ ਤੇ ਹਰੀ ਚੰਦਨ। ਉਹਨਾਂ ਦੇ ਵਿੱਚੋਂ ਪਾਰਜਾਤ ਨੂੰ ਕ੍ਰਿਸ਼ਨ ਜੀ ਪੱਟ ਕੇ ਲੈ ਆਏ ਤੇ ਆਪਣੇ ਬਾਗ ਦੇ ਵਿੱਚ ਉਹਨਾਂ ਨੇ ਲਿਆ ਕੇ ਲਾਤਾ। ਇਹ ਵੀ ਇੱਕ ਇਤਿਹਾਸਕ ਤੱਥ ਹੈ। 3 ਵੇਦਾਂ ਦੀ ਗੱਲ ਗੁਰੂ ਸਾਹਿਬ ਹੁਣ ਤੱਕ ਕਰ ਗਏ। ਸਾਮਵੇਦ ਸਤਯੁਗ ਯੁੱਗ ਤੇ ਜਗਤ ਦਾ ਮਾਲਕ ਸਤੰਬਰ। ਰਿਗਵੇਦ ਤ੍ਰੇਤਾ ਯੁੱਗ ਤੇ ਜਗਤ ਦਾ ਮਾਲਕ ਸ਼੍ਰੀ ਰਾਮ। ਯਜੁਰਵੇਦ ਦੁਆਪਰ ਯੁੱਗ ਤੇ ਜਗਤ ਦਾ ਮਾਲਕ ਕ੍ਰਿਸ਼ਨ।
ਕਲ ਮਹਿ ਵੇਦ ਅਥਰਵਣ ਹੂਆ, ਨਾਉ ਖੁਦਾਈ ਅੱਲਾ ਭਇਆ। ਨੀਲ ਬਸਤਰ ਲੈ ਕਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜੈ ਗੁਣੈ ਤਿਨ ਚਾਰ ਵਿਚਾਰ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਅੱਗੇ ਕਲਯੁਗ ਦੀ ਗੱਲ ਗੁਰੂ ਸਾਹਿਬ ਕਰਦੇ। ਕਲ ਮਹਿ ਵੇਦ ਅਥਰਵਣ ਹੂਆ, ਨਾਉ ਖੁਦਾਈ ਅੱਲਹ ਭਇਆ। ਇਹ ਉਸ ਵੇਲੇ ਦੀ ਗੱਲ ਜਦੋਂ ਗੁਰੂ ਸਾਹਿਬ ਦਾ ਆਪਣਾ ਸਮਾਂ ਸੀ। ਕਹਿੰਦੇ ਕਲਯੁਗ ਦੇ ਵਿੱਚ ਅਥਰਵਣ ਵੇਦ ਪ੍ਰਧਾਨ ਹੋ ਗਿਆ। ਜਗਤ ਦੇ ਮਾਲਕ ਦਾ ਨਾਮ ਖੁਦਾਈ ਤੇ ਅੱਲਾ ਵੱਜਣ ਲੱਗ ਪਿਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ, ਜਿਨ੍ਹਾਂ ਨੇ ਨੀਲੇ ਰੰਗ ਦੇ ਵਸਤਰ ਲੈ ਕੇ ਉਹਨਾਂ ਦੇ ਕੱਪੜੇ ਆਪਣੇ ਸਰੀਰਾਂ ਉੱਪਰ ਪਹਿਨੇ। ਸੋ ਆਪਣੇ ਸਮੇਂ ਦੀ ਤਸਵੀਰ ਗੁਰੂ ਸਾਹਿਬ ਇੱਥੇ ਪੇਸ਼ ਕਰਦੇ। ਅੱਗੇ ਇਹਨਾਂ ਚਾਰਾਂ ਹੀ ਵੇਦਾਂ ਦੀ ਜੋ ਗੱਲ ਹੁਣ ਤੱਕ ਕੀਤੀ, ਉਹਦਾ ਨਿਚੋੜ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਚਾਰੇ ਵੇਦ ਹੋਏ ਸੱਚਿਆਰ। ਚਾਰੇ ਵੇਦ ਸੱਚੇ ਹੋ ਗਏ, ਭਾਵ ਕਿ ਚੌਹਾਂ ਹੀ ਯੁਗਾਂ ਵਿੱਚ ਜਗਤ ਦੇ ਮਾਲਕ ਦਾ ਨਾਮ ਵੱਖੋ ਵੱਖਰਾ ਵੱਜਦਾ ਰਿਹਾ। ਹਰੇਕ ਸਮੇਂ ਇਹ ਖਿਆਲ ਬਣਿਆ ਰਿਹਾ ਕਿ ਜੋ ਮਨੁੱਖ ਸਤੰਬਰ, ਰਾਮ, ਕ੍ਰਿਸ਼ਨ, ਅੱਲਾ ਆਖ ਕੇ ਜਪੇਗਾ ਉਹ ਮੁਕਤੀ ਪਾਏਗਾ। ਚਾਰੇ ਵੇਦ ਹੋਏ ਸੱਚਿਆਰ, ਪੜ੍ਹੈ ਗੁਣੈ ਤਿਨ ਚਾਰ ਵਿਚਾਰ। ਤੇ ਇਹ ਵੀ ਵਿਚਾਰ ਪ੍ਰਚਲਿਤ ਹੋਇਆ, ਪ੍ਰਸਿੱਧ ਹੋਇਆ ਕਿ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ ਉਹ ਚੰਗੀਆਂ ਯੁਕਤੀਆਂ ਵਾਲੇ ਹਨ, ਸੁੰਦਰ ਹਨ ਤੇ ਦਲੀਲ ਵਾਲੇ ਹਨ। ਹੁਣ ਅਸੀਂ ਵਾਪਸ ਆਈਏ ਉਸ ਗੱਲਬਾਤ 'ਤੇ ਕਿ ਇਹ ਜੋ ਚਾਰੇ ਯੁੱਗ ਹਨ ਮਨੁੱਖ ਦੀਆਂ ਮਾਨਸਿਕ ਅਵਸਥਾਵਾਂ ਨੇ। ਆਪਣੀ ਮਾਨਸਿਕ ਅਵਸਥਾ ਦੇ ਅਨੁਸਾਰ ਹਰੇਕ ਮਨੁੱਖ ਨੇ ਕਿਸੇ ਨਾ ਕਿਸੇ ਦੀ ਅਗਵਾਈ ਲਈ ਹੋਈ ਹੈ। ਉਸ ਅਗਵਾਈ ਦੇ ਅਨੁਸਾਰ ਉਹਦੇ ਜੀਵਨ ਦਾ ਮਨੋਰਥ ਹੈ। ਜਿਹੜਾ ਸਤਜੁਗੀ ਹੈ ਉਹਨੇ ਸਤੰਬਰ ਦੀ ਅਗਵਾਈ ਲਈ ਹੈ, ਉਹਦੇ ਜੀਵਨ ਦਾ ਮਨੋਰਥ ਧਰਮ ਹੈ। ਜਿਹੜਾ ਤ੍ਰੇਤੇ ਯੁੱਗ ਵਾਲਾ ਹੈ ਉਹਨੇ ਰਾਮ ਜੀ ਦੀ ਅਗਵਾਈ ਲਈ ਹੈ, ਉਹਦੇ ਜੀਵਨ ਦਾ ਮਨੋਰਥ ਸੂਰਮਤਾ ਹੈ। ਦੁਆਪਰ ਯੁੱਗ ਵਾਲਾ ਕ੍ਰਿਸ਼ਨ ਜੀ ਦੀ ਅਗਵਾਈ ਲੈਂਦਾ, ਤਪ ਉਹਦੇ ਜੀਵਨ ਦਾ ਮਨੋਰਥ ਹੈ। ਹਾਲਾਂਕਿ ਜੋ ਇਤਿਹਾਸਕ ਤੱਥ ਗੁਰੂ ਸਾਹਿਬ ਨੇ ਪੇਸ਼ ਕੀਤੇ ਹਨ ਉਹਨਾਂ ਦੇ ਵਿੱਚੋਂ ਕ੍ਰਿਸ਼ਨ ਜੀ ਦੇ ਕੋਈ ਬਹੁਤੇ ਤਪੀ ਹੋਣ ਦਾ ਸਬੂਤ ਨਹੀਂ ਮਿਲਦਾ, ਤੇ ਕਲਯੁਗ ਦੇ ਵਿੱਚ ਖੁਦਾਏ ਤੇ ਅੱਲਾ ਦੀ ਅਗਵਾਈ ਮਨੁੱਖ ਲੈ ਰਿਹਾ ਹੈ। ਪਰ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੇ ਵਿਚਾਰ ਪੇਸ਼ ਕਰਦੇ, ਕਹਿੰਦੇ ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖੰਤਰ ਪਾਏ। ਕਿ ਅਸਲ ਦੇ ਵਿੱਚ ਜਦੋਂ ਮਨੁੱਖ ਪ੍ਰੇਮ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਅਖਵਾਉਂਦਾ ਹੈ, ਹੰਕਾਰ ਤੋਂ ਬਚਿਆ ਰਹਿੰਦਾ ਹੈ, ਤਦੋਂ ਹੀ ਉਹ ਮੁਕਤੀ ਪ੍ਰਾਪਤ ਕਰਦਾ ਹੈ। ਪੌੜੀ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸਮਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇਵਣ ਜਾਰਿਆ। ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ। ਹੁਣ ਤੱਕ ਦੀ ਸਾਰੀ ਵਿਚਾਰ ਦਾ ਨਿਚੋੜ ਇਸ ਪੌੜੀ ਵਾਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਕਰਦੇ। ਕਹਿੰਦੇ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਜਿਸ ਸਤਿਗੁਰੂ ਨੇ ਆਪਣੀ ਸਿੱਖਿਆ ਦੇ ਕੇ ਮਨ ਨੂੰ ਗਿਆਨ ਦਾ ਸੁਰਮਾ ਮੇਰੀਆਂ ਅੱਖਾਂ 'ਚ ਪਾਤਾ, ਉਹਦੀ ਬਰਕਤ ਨਾਲ ਮੈਂ ਇਹਨਾਂ ਅੱਖਾਂ ਨਾਲ ਜਗਤ ਦੀ ਅਸਲੀਅਤ ਨੂੰ ਵੇਖ ਲਿਆ। ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ। ਇਹ ਸਮਝ ਲਿਆ ਕਿ ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿੱਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ ਸਾਗਰ ਵਿੱਚ ਡੁੱਬ ਰਹੇ ਹਨ। ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨੈ ਵਿਚਾਰਿਆ। ਸਤਿਗੁਰੂ ਉਹ ਜਹਾਜ਼ ਹੈ ਜਿਹੜਾ ਇਸ ਸੰਸਾਰ ਸਮੁੰਦਰ ਤੋਂ ਤੁਹਾਨੂੰ ਪਾਰ ਲੰਘਾ ਸਕਦਾ ਹੈ, ਪਰ ਇਹ ਗੱਲ ਕਿਸੇ ਵਿਰਲੇ ਨੇ ਵਿਚਾਰੀ ਹੈ। ਕਰ ਕਿਰਪਾ ਪਾਰ ਉਤਾਰਿਆ। ਮੇਰੇ ਸਤਿਗੁਰੂ ਨੇ ਮਿਹਰ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਵੀਡੀਓ ਦੀ ਲੰਬਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 470ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦਾ ਪਹਿਲਾ ਭਾਗ ਇੱਥੇ ਹੀ ਸਮਾਪਤ ਕਰਦੇ ਹਾਂ। ਬਾਕੀ ਇਸ ਅੰਗ ਦੀ ਗੁਰਬਾਣੀ ਦੂਜੇ ਭਾਗ ਵਿੱਚ ਕਰਦੇ ਹਾਂ। ਅੱਜ ਦੀ ਗੁਰਬਾਣੀ ਦਾ ਜੇ ਅਸੀਂ ਸਾਰਾਂਸ਼ ਕਰੀਏ, ਵੇਦਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ, ਯੁੱਗਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ,
ਪ੍ਰਮੁੱਖ ਜਿਹੜਾ ਵਿਚਾਰ ਹੈ ਉਹ ਇਹ ਹੈ ਕਿ ਅੱਜ ਦੇ ਸਮੇਂ 'ਚ ਰਹਿੰਦੇ ਹੋਏ ਵੀ ਤੁਸੀਂ ਸਤਜੁਗੀ ਵੀ ਹੋ ਸਕਦੇ ਹੋ, ਤੁਸੀਂ ਦੁਆਪਰ ਯੁਗੀ ਹੋ ਸਕਦੇ ਹੋ, ਤ੍ਰੇਤੇ ਯੁਗੀ ਵੀ ਹੋ ਸਕਦੇ ਹੋ ਤੇ ਕਲਯੁਗੀ ਵੀ ਹੋ ਸਕਦੇ ਹੋ। ਗੱਲ ਇਹ ਹੈ ਕਿ ਤੁਹਾਡੀ ਮਾਨਸਿਕ ਅਵਸਥਾ ਕਿਹੜੀ ਹੈ, ਤੁਹਾਡੇ ਜੀਵਨ ਦਾ ਮਨੋਰਥ ਕਿਹੜਾ ਹੈ, ਤੁਸੀਂ ਅਗਵਾਈ ਕਿਹਦੀ 'ਚ ਚੱਲ ਰਹੇ ਹੋ। ਜੇ ਤੁਹਾਡੇ ਜੀਵਨ ਦਾ ਮਨੋਰਥ ਧਰਮ ਹੈ ਤਾਂ ਤੁਹਾਡੇ ਅੰਦਰ ਸੁਤੇ ਹੀ ਸੰਤੋਖ ਆ ਜਾਣਾ, ਤੁਸੀਂ ਸਤਜੁਗੀ ਹੋ ਜਾਓਗੇ। ਜੇ ਤੁਹਾਡੇ ਜੀਵਨ ਦਾ ਮਨੋਰਥ ਸੂਰਮਤਾ ਹੈ, ਤੁਸੀਂ ਸੁਤੇ ਹੀ ਪਰਿਵਾਰਕ ਜ਼ਿੰਦਗੀ ਤੋਂ ਦੂਰ ਰਹਿਣ ਲੱਗੋਗੇ, ਜਤੀ ਹੋ ਜਾਓਗੇ, ਤ੍ਰੇਤੇ ਯੁਗੀ ਹੋ ਜਾਓਗੇ। ਜੇ ਤੁਹਾਡੇ ਜੀਵਨ ਦਾ ਮਨੋਰਥ ਹੈ ਉੱਚਾ ਆਚਰਣ ਬਣਾਉਣਾ ਤਾਂ ਤੁਸੀਂ ਸੁਤੇ ਹੀ ਤਪੀ ਹੋ ਜਾਓਗੇ, ਕਸ਼ਟ ਝੱਲ ਲਵੋਗੇ ਪਰ ਆਪਣੇ ਗਿਆਨ ਇੰਦਰੀਆਂ ਨੂੰ ਉਹਨਾਂ ਦੀ ਫਿਤਰਤ ਵੱਲੋਂ ਰੋਕ ਲਵੋ, ਦੁਆਪਰ ਯੁੱਗ ਦੇ ਤੁਸੀਂ ਵਾਸੀ ਹੋ ਜਾਓਗੇ। ਤੇ ਜੇ ਤੁਹਾਡੇ ਜੀਵਨ ਦਾ ਮਨੋਰਥ ਹੀ ਕੂੜ ਹੈ, ਠੱਗੀ ਹੈ, ਤਾਂ ਤੁਹਾਡੇ ਅੰਦਰ ਆਪਣੇ ਆਪ ਹੀ ਤ੍ਰਿਸ਼ਨਾ ਪ੍ਰਬਲ ਹੋ ਜਾਣੀ ਹੈ ਤੇ ਤੁਸੀਂ ਕਲਯੁਗੀ ਹੋ ਜਾਓਗੇ। ਅਕਸਰ ਅਸੀਂ ਕੋਸ਼ਿਸ਼ ਕੀ ਕਰਦੇ ਹਾਂ ਕਿ ਕੋਈ ਮਿੱਥੀ ਮਿਥਾਈ ਸਾਨੂੰ ਵਿਧੀ ਮਿਲ ਜਾਏ ਤੇ ਅਸੀਂ ਉਹ ਵਿਧੀ ਫੋਲੋ ਕਰ ਲਈਏ, ਮੰਨ ਲਈਏ, ਉਹਦੇ ਅਨੁਸਾਰ ਆਪਣਾ ਜੀਵਨ ਬਿਤਾਉਣ ਲੱਗ ਜਾਈਏ। ਤੇ ਅਕਸਰ ਅਸੀਂ ਫੇਲ ਵੀ ਇਸੇ ਕਰਕੇ ਹੋ ਜਾਂਦੇ ਹਾਂ ਕਿਉਂਕਿ ਸਾਡੇ ਉਹ ਵਿਧੀ ਜਿਹੜੀ ਆ ਸਾਡੇ ਜੀਵਨ ਦੇ ਮਨੋਰਥ ਨਾਲ ਮੇਲ ਨਹੀਂ ਖਾਂਦੀ ਹੁੰਦੀ। ਹੁਣ ਜੇ ਤੁਹਾਡਾ ਮਨੋਰਥ ਹੈ ਧਰਮ, ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਸੰਤੋਖ, ਪਰ ਚੱਲ ਤੁਸੀਂ ਸੂਰਮਤਾ ਵਾਲੇ ਰਸਤੇ 'ਤੇ ਪਏ ਤੇ ਫਿਰ ਤੁਹਾਡੇ ਅੰਦਰ ਸੰਤੋਖ ਨਹੀਂ ਆਉਣਾ, ਜਤ ਜ਼ਰੂਰ ਆ ਜਾਏਗਾ। ਤੁਸੀਂ ਪਰਿਵਾਰਕ ਜ਼ਿੰਦਗੀ ਤੋਂ ਦੂਰ ਤੇ ਹੋ ਜਾਓਗੇ, ਪਰਿਵਾਰ ਦੇ ਨਾਲ ਤੁਹਾਡਾ ਮੋਹ ਤੇ ਭੰਗ ਹੋ ਜਾਏਗਾ, ਪਰ ਸੰਤੋਖ ਨਹੀਂ ਆਉਣਾ। ਇਸੇ ਤਰ੍ਹਾਂ ਹੀ ਜੇ ਤੁਹਾਡੇ ਜੀਵਨ ਦਾ ਮਨੋਰਥ ਹੀ ਕੂੜ ਠੱਗੀ ਹੈ ਤੇ ਤੁਸੀਂ ਫਿਰ ਜਿੰਨਾ ਮਰਜ਼ੀ ਤਪੀ ਬਣ ਜਾਵੋ, ਤੁਹਾਡੇ ਅੰਦਰ ਤ੍ਰਿਸ਼ਨਾ ਹੀ ਪ੍ਰਬਲ ਹੋਏਗੀ, ਤਪ ਨਹੀਂ ਹੋਏਗੀ। ਇੱਕ ਹੋਰ ਉਦਾਹਰਣ ਦਿੰਨੇ ਆ ਜਿਹੜੀ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖੀ ਤੇ ਕਾਫੀ ਢੁਕਵੀਂ ਹੈ। ਅੱਜ ਕੱਲ੍ਹ ਬਥੇਰੇ ਲੋਕ ਨੇ ਜਿਹੜੇ ਭਾਰ ਘਟਾਉਣ ਦਾ ਯਤਨ ਕਰ ਰਹੇ ਨੇ, ਭਾਰ ਵਧਿਆ ਹੋਇਆ ਉਹਨੂੰ ਘਟਾਉਣ ਦਾ ਯਤਨ ਕਰ ਰਹੇ ਨੇ। ਇਸ ਯਤਨ ਦੇ ਵਿੱਚ ਉਹ ਵੱਖ-ਵੱਖ ਤਰ੍ਹਾਂ ਦੀਆਂ ਡਾਈਟਸ ਫੋਲੋ ਕਰਦੇ ਆ, ਕੋਈ ਲੋ ਫੈਟ ਵਾਲੀ, ਕੋਈ ਲੋ ਕਾਰਬ ਵਾਲੀ, ਕੋਈ ਕੀਟੋ ਕਰ ਰਿਹਾ ਹੈ, ਕੋਈ ਵੈਸੇ ਹੀ ਕੈਲਰੀਆਂ ਘਟਾ ਕੇ ਘੱਟ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਸਿਰਫ ਫਲ ਫਰੂਟ ਜਾਂ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰ ਰਿਹਾ, ਯਾਨੀ ਕਿ ਵਿਧੀਆਂ ਫੋਲੋ ਕਰਦੇ ਪਏ ਨੇ। ਤੇ ਬਥੇਰੇ ਮਨੁੱਖ ਕਾਮਯਾਬ ਨਹੀਂ ਹੋ ਰਹੇ ਆਪਣਾ ਭਾਰ ਘਟਾਉਣ 'ਚ। ਕਾਰਨ ਕਿਉਂਕਿ ਜੀਵਨ ਦਾ ਜਿਹੜਾ ਉਹ ਮਨੋਰਥ ਹੈ, ਜਿਹੜਾ ਟੀਚਾ ਹੈ, ਉਹ ਐਕਚੁਅਲੀ ਵਿਧੀਆਂ 'ਤੇ ਹੀ ਅਟਕਿਆ ਪਿਆ। ਉਹ ਟੀਚਾ ਡੂੰਘਾਈ ਇੱਕ ਚੰਗੀ ਸਿਹਤ ਹੈ ਹੀ ਨਹੀਂ, ਉਹ ਟੀਚੇ ਦੀ ਘਾਟ ਕਰਕੇ, ਚੰਗੀ ਸਿਹਤ ਜੀਵਨ ਦਾ ਮਨੋਰਥ ਨਾ ਹੋਣ ਕਰਕੇ ਉਹਨਾਂ ਦੀ ਮੋਟੀਵੇਸ਼ਨ ਹੈ ਜਿਹੜੀ ਉਹ ਵਿੱਚ ਵਿਚਾਲੇ ਜਵਾਬ ਦੇ ਜਾਂਦੀ ਹੈ। ਬੰਦਾ ਹਫ਼ਤਾ ਕੁ ਸਲਾਦ ਖਾਂਦਾ ਹੈ, ਹਫ਼ਤਾ ਕੁ ਫਲ ਸਬਜ਼ੀਆਂ 'ਤੇ ਰਹਿੰਦਾ, ਘੱਟ ਖਾਣ 'ਤੇ ਰਹਿੰਦਾ, 8ਵੇਂ-9ਵੇਂ ਦਿਨ ਆ ਕੇ ਮੋਟੀਵੇਸ਼ਨ ਜਵਾਬ ਦੇ ਜਾਂਦੀ ਅਤੇ ਬੰਦਾ ਫਿਰ ਤੋਂ ਉਹੀ ਖਾਣ ਲੱਗ ਜਾਂਦਾ ਜੋ ਉਹ ਖਾਂਦਾ ਆ ਰਿਹਾ ਸੀ। ਸੋ ਉਮੀਦ ਕਰਦੇ ਹਾਂ ਸਾਰੀ ਵਿਚਾਰ ਅਤੇ ਅਜੋਕੇ ਸਮੇਂ ਦੀ ਢੁਕਵੀਂ ਉਦਾਹਰਣ ਦੇ ਹਿਸਾਬ ਨਾਲ ਅੱਜ ਦੀ ਗੁਰਬਾਣੀ ਦਾ ਜੋ ਸੰਦੇਸ਼ ਸੀ ਉਹ ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋਵੇਗਾ। ਤੁਸੀਂ ਆਪਣੇ ਜੀਵਨ ਦੇ ਵਿੱਚ ਇਸ ਸੰਦੇਸ਼ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ, ਆਪਣੇ ਜੀਵਨ ਦਾ ਟੀਚਾ ਮਨੋਰਥ ਚੰਗਾ ਮਿਥੋਗੇ ਅਤੇ ਉਸ ਮਨੋਰਥ ਦੇ ਹਿਸਾਬ ਨਾਲ ਤੁਹਾਡੇ ਅੰਦਰ ਜਿਹਦੀ ਅਗਵਾਈ ਹੋਣੀ ਚਾਹੀਦੀ ਆ ਉਹ ਆਪਣੇ ਆਪ ਪ੍ਰਬਲ ਹੋ ਜਾਏਗਾ। ਇਸੇ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।